ਪਹਿਲਾਂ ਉਹਨਾਂ ਨਾਲ ਵੀ ਮੇਰੇ ਵੀ ਸੰਬੰਧ ਸੀ, ਨਾਲ ਸੰਬੰਧ ਸੀ। ਉਹਨਾਂ ਨੂੰ ਵੀ ਪਹਿਲਾਂ ਬਹੁਤ ਸਮਝਾਇਆ ਵੀ ਤੁਸੀਂ ਸਮਝ ਜਾਓ, ਉਹ ਨਹੀਂ ਸਮਝੇ। ਤੇ ਜਿਹੜਾ ਪੂਰਨ ਸਿੰਘ ਆ ਉਹਦੀ ਪਤਨੀ ਵੀ ਆਈ ਸੀ ਸਾਡੇ ਘਰੇ, ਦੱਬਾ ਦੁੱਬਾ ਮਾਰਦੇ ਸੀ, ਐ ਅਸੀਂ ਉਹ ਕਰ ਦਾਂਗੇ, ਆਹ ਕਰ ਦਾਂਗੇ। ਫਿਰ ਉਸ ਤੋਂ ਬਾਅਦ ਮੈਂ ਮੇਰੇ ਚਾਚੇ ਕੇ ਘਰ ਬੱਚਿਆਂ ਨੂੰ ਬੁਲਾਉਣ ਗਈ। ਉਹਨਾਂ ਨੂੰ ਬੁਲਾਉਣ ਗਈ ਤੇ ਉਹਨਾਂ ਨੇ ਦੋਵਾਂ ਭਰਾਵਾਂ ਨੇ ਕਿ ਬਕਵਾਸਬਾਜ਼ੀ ਕੀਤੀ ਤੇ ਉਹਨਾਂ ਨੇ ਮੇਰੇ ਤੇ ਤੀਰ ਛੱਡਤਾ। ਉਹ ਦੋ ਭਰਾ ਪਹਿਲਾਂ ਸੜਕ ਤੇ ਖੜੇ ਸੀ, ਉਹਨਾਂ ਵੇਖਿਆ ਵੀ ਆ ਗਈ ਤੇ ਉਹਨਾਂ ਪੂਰਨ ਨੂੰ ਤੇਲ ਛੱਡਿਆ ਤੇ ਤਕਬੀਰ ਨੇ ਅੱਗ ਲਾਈ ਜੀ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ ਲਈ ਚੱਲਦਿਆਂ ਜ਼ਿਲ੍ਹਾ ਫਾਜ਼ਿਲਕਾ। ਦੋਸਤੋ, ਕਈ ਵਾਰ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਸਟੈਪ ਇਨਸਾਨ ਚੱਕ ਲੈਂਦਾ ਹੈ ਔਰ ਬਾਅਦ ਵਿੱਚ ਪਛਤਾਉਂਦਾ ਹੈ ਕਿ ਇਹ ਜਿਹੜਾ ਮੇਰਾ ਚੁੱਕਿਆ ਹੋਇਆ ਸਟੈਪ ਹੈ ਇਹ ਮੇਰੀ ਹੀ ਜ਼ਿੰਦਗੀ ਲਈ ਕਿੰਨਾ ਜ਼ਿਆਦਾ ਖਤਰਨਾਕ ਹੈ। ਕਾਨੂੰਨ ਤੇ ਵਿਸ਼ਵਾਸ ਨਹੀਂ ਰਹਿੰਦਾ, ਆਪਣੇ ਆਪ ਤੇ ਵਿਸ਼ਵਾਸ ਨਹੀਂ ਰਹਿੰਦਾ ਔਰ ਆਪਣਿਆਂ ਤੇ ਵੀ ਵਿਸ਼ਵਾਸ ਕਿਤੇ ਨਾ ਕਿਤੇ ਖਤਮ ਹੋ ਜਾਂਦਾ ਹੈ। ਅਜਿਹੀ ਇੱਕ ਖਬਰ ਆ ਰਹੀ ਹੈ ਕਿ ਇੱਕ ਔਰਤ ਨੂੰ ਕਾਨੂੰਨ ਤੋਂ ਉੱਠਿਆ ਵਿਸ਼ਵਾਸ ਔਰ ਅੱਜ ਉਹ ਕਿਸ ਕਦਰ ਮੌਤ ਦੀ ਸਜ਼ਾ ਆਪਣੇ ਆਪ ਲਈ ਮੰਗ ਰਹੀ ਹੈ ਔਰ ਪੁਲਿਸ ਦੀ ਕਾਰਜਗੁਜ਼ਾਰੀ ਤੇ ਵੀ ਉੱਠ ਰਹੇ ਨੇ ਪ੍ਰਸ਼ਨ ਚਿੰਨ੍ਹ। ਅਸਲ ਵਿੱਚ ਇਹ ਪੂਰੀ ਖਬਰ ਹੈ ਕੀ ਹੈ, ਚੱਲਦੇ ਹਾਂ ਜੀ ਅਰਵਿੰਦ ਤਨੇਜਾ ਜੀ ਦੇ ਕੋਲ, ਉਹਨਾਂ ਤੋਂ ਲੈਂਦੇ ਆ ਅਪਡੇਟ। ਤਨੇਜਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਜੀ ਬਿਲਕੁਲ ਸੋਤਾ ਜੀ, ਇਹ ਜਿਹੜਾ ਮਾਮਲਾ ਹੈ, ਪੂਰਾ ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਓਜਾਵਾਲੀ ਦਾ ਮਾਮਲਾ ਹੈ, ਜਿੱਥੇ ਇੱਕ ਕਟਹਿੜਾ ਤੋਂ ਔਰਤ ਹੈ ਜਿਹੜੀ ਕਿ ਓਜਾ ਪਿੰਡ ਦੇ ਵਿੱਚ ਵਿਆਹੀ ਹੋਈ ਸੀ। 8-10 ਸਾਲ ਪਹਿਲਾਂ ਜਿਹੜੀ ਉਸਦਾ ਇੱਥੇ ਵਿਆਹ ਹੋਇਆ ਸੀ ਔਰ ਪਿੰਡ ਦੇ ਹੀ ਇੱਕ ਸ਼ਖਸ ਦੇ ਨਾਲ ਜਿਹੜੇ ਹੈ ਉਸਦੇ ਸਬੰਧ ਜਿਹੜੇ ਸੀ, ਨਜਾਇਜ਼ ਸਬੰਧ ਤਿਆਰ ਹੋ ਗਏ ਸੀ ਔਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਜਦ ਇਸ ਔਰਤ ਦੇ ਵੱਲੋਂ ਇਹ ਜਿਹੜੇ ਰਿਸ਼ਤਾ ਨਜਾਇਜ਼ ਜਿਹੜਾ ਅਸੀਂ ਕਹਿ ਸਕਦੇ ਹਾਂ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਕਤ ਵਿਅਕਤੀ ਦੇ ਵੱਲੋਂ ਜਿਹੜਾ ਕਿ ਆਪਣੇ ਭਰਾ ਨੂੰ ਦੇ ਨਾਲ ਮਿਲ ਕੇ ਗਲੀ 'ਚ ਜਾਂਦੀ ਇਸ ਔਰਤ ਦੇ ਉੱਪਰ ਪੈਟਰੋਲ ਪਾ ਕੇ ਜਿਹੜੀ ਹੈ ਇਸ ਨੂੰ ਅੱਗ ਲਗਾ ਦਿੱਤੀ ਗਈ ਸੀ, ਜੋ ਕਿ ਝੁਲਸ ਗਈ ਸੀ ਅੱਗ ਦੇ ਨਾਲ ਬੁਰੀ ਤਰ੍ਹਾਂ। ਤੇ ਉਸ ਨੂੰ ਫਾਜ਼ਿਲਕਾ ਪਹਿਲਾਂ ਜਿਹੜਾ ਸੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜਾ ਕਿ ਉਸ ਨੂੰ ਫਾਜ਼ਿਲਕਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਸਮੇਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ FIR ਜਿਹੜੀ ਹੈ ਦਰਜ ਕਰ ਦਿੱਤੀ ਗਈ ਸੀ, ਪਰ 25 ਦਿਨ ਬੀਤ ਜਾਣ ਦੇ ਬਾਅਦ ਵੀ ਜਿਹੜੀ ਹੈ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿੱਥੇ ਕਿ ਇੱਕ ਪਾਸੇ ਕੋਈ ਵੀ ਕਿਸੇ ਤਰ੍ਹਾਂ ਦਾ ਜ਼ੁਲਮ ਹੁੰਦਾ ਜਾਂ ਕੋਈ ਘਟਨਾ ਹੁੰਦੀ ਹੈ ਤਾਂ ਪੁਲਿਸ ਦਾ ਜਿਹੜਾ ਕਿ ਫਰਜ਼ ਬਣਦਾ ਹੈ ਉਸਦੇ ਉੱਤੇ ਕਾਰਵਾਈ ਕਰਨਾ ਤੇ ਵਿਕਟਿਮ ਜਿਹੜਾ ਹੁੰਦਾ ਹੈ, ਮਦਈ ਜਿਹੜਾ ਹੁੰਦਾ, ਉਸ ਨੂੰ ਇਨਸਾਫ ਦਿਵਾਉਣਾ। ਪਰ ਇਸ ਮਾਮਲੇ ਦੇ ਵਿੱਚ ਇਹ ਔਰਤ ਜਿਹੜੀ ਹੈ ਜਦ ਫਰੀਦਕੋਟ ਦੇ ਵਿੱਚ ਦਾਖਲ ਸੀ ਤਾਂ ਘਰ ਦੀ ਗਰੀਬੀ ਦੇ ਚਲਦਿਆਂ ਇਲਾਜ ਵੀ ਜਿਹੜਾ ਇਸ ਦਾ ਉੱਤੇ ਸੰਭਵ ਨਹੀਂ ਹੋ ਪਾਇਆ ਤੇ ਇਹ ਆਪਦੇ ਪੇਕੇ ਪਿੰਡ ਕਟਹਿੜਾ ਵਿਖੇ ਜਿਹੜੀ ਹੈ ਇਸ ਨੂੰ ਲਿਆਂਦਾ ਗਿਆ ਔਰ ਅੱਜ ਜਿਹੜੀ ਇਸ ਦੀ ਹਾਲਤ ਹੈ ਇਹ ਇੱਕ ਮੰਜੇ ਤੇ ਪਈ ਹੈ ਔਰ ਆਪਣੇ ਲਈ ਜਿਹੜੀ ਹੈ ਮੌਤ ਮੰਗ ਰਹੀ ਹੈ। ਇਸ ਦਾ ਕਾਰਨ ਜਿਹੜਾ ਉਹ ਇਹ ਹੈ ਕਿ ਪੁਲਿਸ ਦੇ ਵੱਲੋਂ ਵਾਰ-ਵਾਰ ਕਹੇ ਜਾਣ ਤੇ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ, ਆਰੋਪੀਆਂ ਨੂੰ ਜਿਹੜਾ ਕੀ ਹੈ ਗ੍ਰਿਫਤਾਰ ਨਹੀਂ ਕੀਤਾ ਗਿਆ। ਮਾਮਲਾ ਬੇਸ਼ੱਕ ਦੀ ਦਰਜ ਕਰ ਲਿਆ ਗਿਆ, ਪਰ ਉਸ ਤੋਂ ਬਾਅਦ ਪੁਲਿਸ ਦੀ ਢਿੱਲੀ ਕਾਰਜਕਾਰੀ ਤੋਂ ਦੁਖੀ ਹੋ ਕੇ ਇਹ ਔਰਤ ਜਿਹੜੀ ਹੈ ਕਹਿ ਰਹੀ ਹੈ ਕਿ ਕਾਨੂੰਨ ਤੋਂ ਜਿਹੜਾ ਇਸ ਦਾ ਵਿਸ਼ਵਾਸ ਉੱਠ ਚੁੱਕਿਆ ਤੇ ਹੁਣ ਜਿਹੜੀ ਹੈ ਇਹ ਮੌਤ ਮੰਗਦੀ ਹੈ। ਹਾਲਾਂਕਿ ਜੋ ਇਸ ਦੇ ਵੱਲੋਂ ਗੁਨਾਹ ਕੀਤਾ ਗਿਆ ਇਹ ਕਿਤੇ ਨਾ ਕਿਤੇ ਉਸ ਦੀ ਸਜ਼ਾ ਵੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਕਿ ਉਸ ਨੂੰ ਮਿਲੀ ਕਿ ਜਿਸ ਸ਼ਖਸ ਦੇ ਨਾਲ ਉਸਨੇ ਨਜਾਇਜ਼ ਜਿਹੜੇ ਆ ਸੰਬੰਧ ਬਣਾਏ, ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਜਿਹੜਾ ਧੋਖਾ ਦਿੱਤਾ, ਤਾਂ ਉਸਦੀ ਸਜ਼ਾ ਜਿਹੜੀ ਹੈ ਉਸੇ ਸ਼ਖਸ ਨੇ ਹੀ ਉਸਦੇ ਉੱਪਰ ਪੈਟਰੋਲ ਪਾ ਕੇ ਦਿੱਤੀ। ਪਰ ਹੁਣ ਜਿਹੜਾ ਇਹ ਇਨਸਾਫ ਮੰਗ ਰਹੀ ਹੈ, ਜੋ ਕਿ ਇਹ ਇਨਸਾਫ ਦਿਵਾਉਣਾ ਜਿਹੜਾ ਪੁਲਿਸ ਦਾ ਫਰਜ਼ ਬਣਦਾ ਹੈ, ਜੋ ਕਿ ਨਹੀਂ ਇਸ ਨੂੰ ਮਿਲ ਰਿਹਾ ਤਾਂ ਦੁਖੀ ਹੋ ਕੇ ਇਹ ਔਰਤ ਜਿਹੜੀ ਹੈ ਹੁਣ ਆਪਣੇ ਲਈ ਮੌਤ ਮੰਗ ਰਹੀ ਹੈ ਜੀ। ਲੇਕਿਨ ਤਨੇਜਾ ਸਾਹਿਬ, ਇਸ ਸੰਬੰਧ ਵਿੱਚ ਪੁਲਿਸ ਆਫੀਸਰ ਦੇ ਨਾਲ ਕੋਈ ਗੱਲਬਾਤ ਕੀਤੀ ਕਿ ਇਸ ਔਰਤ ਨੂੰ ਇਨਸਾਫ ਮਿਲੇਗਾ ਵੀ ਜਾਂ ਇਸੇ ਤਰ੍ਹਾਂ ਇੰਤਜ਼ਾਰ ਕਰਦੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਏਗੀ? ਜੀ
ਬਿਲਕੁਲ ਜੇਕਰ ਗੱਲ ਕੀਤੀ ਜਾਵੇ ਪਰਿਵਾਰਕ ਮੈਂਬਰਾਂ ਦਾ ਤਾਂ ਇਹੀ ਕਹਿਣਾ, ਔਰ ਔਰਤ ਨੂੰ ਤਾਂ ਇਹੀ ਲੱਗ ਰਿਹਾ ਕਿ ਹੁਣ ਜਿਹੜਾ ਸ਼ਾਇਦ ਹੀ ਉਸ ਨੂੰ ਇਨਸਾਫ ਮਿਲ ਪਾਵੇ, ਕਿਉਂਕਿ ਪੁਲਿਸ ਦੀ ਕਾਰਜਕਾਰੀ ਤੋਂ ਦੁਖੀ ਇਹ ਪਰਿਵਾਰ ਹੋ ਚੁੱਕਿਆ। ਪਰ ਅਸੀਂ ਸਥਾਨਕ ਡੀਐਸਪੀ ਫਾਜ਼ਿਲਕਾ ਨਾਲ ਜਦ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਤਾਂ ਉਹਨਾਂ ਦੇ ਕਹਿਣਾ ਸੀਗਾ ਕਿ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤੇ ਉਹ ਆਰੋਪੀਆਂ ਦੇ ਜਿਹੜਾ ਕੀ ਹੈ ਛਾਪੇਮਾਰੀ ਭਾਲ ਦੇ ਵਿੱਚ ਜਿਹੜੀ ਕੀਤੀ ਜਾ ਰਹੀ ਹੈ, ਔਰ ਜੋ ਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਪੁਲਿਸ ਦਾ ਇਹੀ ਬਿਆਨ ਹੁੰਦਾ ਹੈ ਕਿ ਜਿਹੜਾ ਕਿ ਮਾਮਲਾ ਦਰਜ ਹੈ, ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਲਦ ਜਿਹੜੇ ਹੈ ਉਹ ਆਰੋਪੀ ਸਲਾਖਾਂ ਦੇ ਪਿੱਛੇ ਹੋਣਗੇ। ਤਾਂ ਪੁਲਿਸ ਦੇ ਵੱਲੋਂ ਕੋਈ ਇਸ ਮਾਮਲੇ ਦੇ ਵਿੱਚ ਵੀ ਕੋਈ ਨਵੀਂ ਗੱਲ ਜਿਹੜੀ ਹੈ ਉਹ ਨਹੀਂ ਸੁਣਨ ਨੂੰ ਮਿਲੀ। ਉਹੀ ਰਟੇ ਬਿਆਨ ਹੈ ਕਿ ਮਾਮਲਾ ਦਰਜ ਹੈ, ਭਾਲ ਚੱਲਦੀ ਹੈ, ਜਲਦ ਜਿਹੜੇ ਹੈ ਆਰੋਪੀ ਸਲਾਖਾਂ ਪਿੱਛੇ ਹੋਣਗੇ। ਪਰ ਦੂਸਰੇ ਪਾਸੇ ਜਿਹੜੀ ਇਹ ਔਰਤ ਹੈ ਜਿਹੜੀ ਕਿ ਅੱਜ ਮੰਜੇ ਤੇ ਪਈ ਹੈ, ਉਸ ਦਾ ਜਿਹੜਾ ਵਿਸ਼ਵਾਸ ਹੈ ਉਹ ਕਾਨੂੰਨ ਤੋਂ ਉੱਠ ਚੁੱਕਾ ਹੈ ਤੇ ਉਹ ਆਪਣੇ ਗੁਨਾਹਾਂ ਦੀ ਤੇ ਜਿਹੜੇ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਜਿਹੜੀ ਸਜ਼ਾ ਨਾ ਮਿਲਣ ਦੇ ਚਲਦਿਆਂ ਹੁਣ ਮੌਤ ਮੰਗ ਰਹੀ। ਤਨੇਜਾ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਜਾਣਕਾਰੀ ਦਿੱਤੀ ਹੈ। ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਮਤਲਬ ਖੁਦ ਕਈ ਵਾਰੀ ਰਸਤੇ ਦੇ ਵਿੱਚ ਆਪਾਂ ਕੰਡੇ ਬੀਜ ਤਾਂ ਲੈਂਦੇ ਹਾਂ, ਲੇਕਿਨ ਬਾਅਦ ਵਿੱਚ ਉਹਨਾਂ ਕੰਡਿਆਂ ਦਾ ਬੀਜੇ ਹੋਏ, ਆਪਣੇ ਹੱਥੀਂ ਬੀਜੇ ਹੋਏ ਕੰਡਿਆਂ ਦਾ ਕਿੰਨਾ ਕੁ ਦਰਦ ਹੁੰਦਾ ਹੈ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ। ਸ਼ਾਇਦ ਇਹ ਔਰਤ ਸਟੈਪ ਚੱਕ ਚੁੱਕੀ ਹੈ, ਲੇਕਿਨ ਹੁਣ ਜ਼ਿੰਦਗੀ ਦੇ ਚੁੱਕੇ ਹੋਏ ਸਟੈਪ ਤੋਂ ਪਛਤਾ ਰਹੀ ਹੈ। ਇਸ ਸੰਬੰਧ ਵਿੱਚ ਕਿਸ ਦੇ ਨਾਲ ਕੀ ਗੱਲਬਾਤ ਹੋਈ ਹੈ, ਔਰ ਖਾਸ ਕਰਕੇ ਪੁਲਿਸ ਆਫੀਸਰ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਤੁਸੀਂ ਵੀ ਸੁਣ ਸਕਦੇ ਹੋ। ਉਹਨਾਂ ਨੇ ਪਹਿਲਾਂ ਉਹਨਾਂ ਨਾਲ ਵੀ ਮੇਰੇ ਵੀ ਸੰਬੰਧ ਸੀ, ਨਾਲ ਸੰਬੰਧ ਸੀ। ਉਹਨਾਂ ਨੇ ਵੀ ਪਹਿਲਾਂ ਬਹੁਤ ਸਮਝਾਇਆ ਵੀ ਤੁਸੀਂ ਸਮਝ ਜਾਓ, ਉਹ ਨਹੀਂ ਸਮਝੇ। ਉਹਨਾਂ ਨੇ ਕਿਹਾ ਸੀ ਸਾਡੇ ਘਰ ਆਏ, ਫਿਰ ਕਹਿੰਦੇ ਸੀ ਵੀ 2-3 ਵਾਰ ਉਹਨਾਂ ਨੇ ਧਮਕੀ ਦਿੱਤੀ, ਮੈਨੂੰ ਨਹਿਰ 'ਚ ਵੀ ਸੁੱਟਤਾ ਸੀ। ਫਿਰ ਉਹਨਾਂ 'ਤੇ ਪਹਿਲਾਂ ਪਰਚਾ ਵੀ ਹੋ ਗਿਆ ਸੀ। ਫਿਰ ਉਹਨਾਂ ਨੇ ਕਿਹਾ ਸੀ ਅਸੀਂ ਕੋਈ ਗਲਤੀ ਨਹੀਂ ਕਰਦੇ। ਫਿਰ ਉਹਨਾਂ ਨੇ ਉਸ ਮੁੰਡੇ ਨੇ ਰੇਸਾਂ, ਫੋਨ, ਧਮਕੀਆਂ, ਦਾਰੂ ਪੀ ਕੇ ਹਰ ਥਾਂ 'ਤੇ ਮੇਰੇ ਨਾਲ ਤਮਾਸ਼ਾ ਕਰਦਾ ਸੀ। ਮੈਂ ਤੰਗ ਆ ਗਈ ਕਿ ਮੈਂ ਪੰਚਾਇਤ ਰਾਹੀਂ ਬਹੁਤ ਕਿਉਂ ਮੰਨ ਨਹੀਂ ਰਿਹਾ ਸੀ। ਫਿਰ ਉਸ ਤੋਂ ਬਾਅਦ ਮੈਂ ਮੇਰੇ ਚਾਚੇ ਕੇ ਘਰ ਬੱਚਿਆਂ ਨੂੰ ਬੁਲਾਉਣ ਗਈ। ਉਹਨਾਂ ਨੂੰ ਬੁਲਾਉਣ ਗਈ ਤੇ ਉਹਨਾਂ ਨੇ ਦੋਵਾਂ ਭਰਾਵਾਂ ਨੇ ਕਿ ਬਕਵਾਸਬਾਜ਼ੀ ਕੀਤੀ ਤੇ ਉਹਨਾਂ ਨੇ ਮੇਰੇ 'ਤੇ ਤੇਲ ਸੱਟਤਾ। ਪੂਰਨ ਨੇ ਤੇਲ ਸੱਟਤਾ ਤੇ ਉਹਦੇ ਜਿਹੜੇ ਭਰਾ ਸੀ ਉਹਨਾਂ ਨੇ ਮੈਨੂੰ ਅੱਗ ਲਾਤੀ। ਕਿ ਜਦੋਂ ਮੈਨੂੰ ਅੱਗ ਲੱਗੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਭੱਜ ਗਏ। ਝੋਨਾ ਸੀ, ਮੈਂ ਝੋਨੇ ਦੇ ਵਿੱਚ ਵੀ ਲੇਟਦੀ ਰਹੀ ਤੇ ਮੈਂ ਜੈਂਪਰ ਫਾੜ ਕੇ ਵੀ ਸੱਟ ਦਿੱਤਾ, ਆਪ ਨੂੰ ਆਪ ਬਚਾਇਆ। ਫਿਰ ਉਸ ਤੋਂ ਬਾਅਦ ਕਿ ਮੈਂ ਡਾਕਟਰ ਕੋਲ ਗਏ, ਡਾਕਟਰ ਮੇਰੇ ਪਿੱਛੇ ਚਲੇ ਗਏ ਡਾਕਟਰ ਕੋਲ ਵੀ ਮਾਰਨ ਵਾਸਤੇ। ਫਿਰ ਡਾਕਟਰ ਨੇ ਗੁੰਦਰੂ ਕੈਬਨ ਬੰਦ ਕਰ ਲਿਆ ਕਿ ਤੁਸੀਂ ਬਾਹਰ ਚੱਲੋ। ਫਿਰ ਉਸ ਤੋਂ ਬਾਅਦ ਕਿ ਮੈਨੂੰ ਇੱਥੇ ਫਾਈਲ ਕਰ ਲਿਆਂਦਾ। ਉਹਨਾਂ ਨੇ ਕਿਹਾ ਵੀ ਤੁਸੀਂ ਫਰੀਦਕੋਟ ਲੈ ਜਾਓ, ਸਾਡਾ ਵੀ ਕੋਈ ਚਾਂਸ ਨਹੀਂ ਬਚਣ ਦਾ। ਫਿਰ ਉਹਨਾਂ ਨੇ ਫਰੀਦਕੋਟ ਵਾਲਿਆਂ ਨੇ ਕਿਹਾ ਸੀ ਕਿ ਤੁਸੀਂ ਘਰ ਲੈ ਜਾਓ, ਵੀ ਇਹ ਨਹੀਂ ਬਚ ਸਕਦੇ। ਅਸੀਂ ਮਿੰਨਤ ਮਥਾਜੀ, ਮੇਰੇ ਵੀਰ, ਮੇਰੇ ਪਾਪਾ ਸਾਰਿਆਂ ਕੀਤੀ ਕਿ ਤੁਸੀਂ ਕਿਵੇਂ ਹੋ ਵੀ ਬਚਾਓ। ਮੇਰੇ 3 ਬੱਚੇ ਆ, ਪਰ ਉਹਨਾਂ ਨੇ ਕੋਈ ਇੱਕ ਵੀ ਨਹੀਂ ਮੰਨੀ ਮੇਰੀ। ਮੈਂ ਉਹਨਾਂ ਨੂੰ ਬਹੁਤ ਮਿੰਨਤਾਂ ਕੀਤੀਆਂ, ਬਹੁਤ ਹੱਥ ਜੋੜੇ, ਪਰ ਉਹਨਾਂ ਨੇ ਫਿਰ ਡਾਕਟਰਾਂ ਨੇ ਕਿ ਮੇਰਾ ਇਲਾਜ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਵੀ ਅਸੀਂ ਆਪਰੇਸ਼ਨ ਕਰਾਂਗੇ। ਅਜੇ ਤੱਕ ਤਾਂ ਕੋਈ ਉਮੀਦ ਨਹੀਂ ਕਿ ਮੈਂ ਬਚ ਸਕਾਂ ਜਾਂ ਨਾ ਬਚ ਸਕਾਂ, ਕਿਉਂਕਿ ਮੈਨੂੰ ਅੱਜ 20 ਦਿਨ ਹੋ ਗਏ ਕਿ ਮੈਨੂੰ ਜਿਨ੍ਹਾਂ ਨੇ ਮੇਰੇ ਨਾਲ ਇਹ ਹਾਦਸਾ ਕੀਤਾ ਉਹਨਾਂ 'ਤੇ ਜੇ ਕੋਈ ਕਾਰਵਾਈ ਨਹੀਂ, ਕੁਛ ਨਹੀਂ ਹੋਇਆ। ਕਿ ਉਹਨਾਂ ਦੀ ਜਿਹੜੀ ਰਘਵੀਰ ਦੀ ਘਰ ਦੀ ਸੀ ਉੱਥੇ ਮੈਨੂੰ ਹਸਪਤਾਲ 'ਚ ਰਖਵੀਰ ਕਿ ਉਹ ਮੈਨੂੰ ਹਸਪਤਾਲ 'ਚ ਮਾਰਨ ਗਈ। ਉੱਥੇ ਮੈਨੂੰ ਇੱਕ ਮੁੰਡਾ ਬਲੱਡ ਦੇਣ ਗਿਆ, ਉਹਨੇ ਉੱਥੇ ਥੱਪੜ ਮਾਰ ਲਿਆ ਕਿ ਕਹਿੰਦੀ ਜਾ ਜਿਹੜਾ ਕੁਛ ਹੁੰਦਾ ਕਰ ਲਓ। ਤੇ ਪੰਚਾਇਤ ਰਾਹੀਂ ਕਿ ਪੰਚਾਇਤ ਬਾਹਰ ਬੈਠੀ ਰਹੀ, ਉਹ ਕੱਲੀ ਮੈਨੂੰ ਉੱਥੇ ਮਾਰਨ ਦੀ ਉਹਨੇ ਕੋਸ਼ਿਸ਼ ਕੀਤੀ। ਤੇ ਇਹਨਾਂ ਕੋਲ ਇੱਥੇ ਗਈ ਵੀ ਸੀ ਤੇ ਅਸੀਂ ਬਹੁਤ ਸਮਝਾਇਆ, ਉਹਨਾਂ ਨੂੰ ਨਹੀਂ ਸਮਝਦੇ ਜੀ। ਤੇ ਅਸੀਂ ਉਹ ਕਾਰਨ ਇਹ ਹੈ ਕਿ ਸਾਡੇ ਦੀਦੀ ਜਿਹੜੀ ਹੈਗੀ ਹੈ, ਜਿਹੜੇ ਪਹਿਲਾਂ ਮਾੜਾ ਮੋਟਾ ਝਗੜਾ ਲਿਗੜਾ ਹੈਗਾ ਸੀ ਇਹਨਾਂ ਦਾ, ਕੋਈ ਬੰਦੇ ਅਸੀਂ ਪੰਚਾਇਤ ਰਾਹੀਂ ਸਾਰਾ ਸਿਰਫ ਪਹਿਲਾਂ ਪੰਚਾਇਤ ਵੀ ਹੋਈ ਸੀ ਇਹਨਾਂ ਦੇ ਪਿੰਡ, ਪਰ ਉਹ ਸਮਝ ਗਏ। ਉਹ ਕਹਿੰਦੇ ਸਮਝ ਮਾੜੇ ਮੋਟਾ ਪਹਿਲਾਂ ਸਮਝ ਗਏ 6 ਮਹੀਨੇ। ਫਿਰ ਉਹਨਾਂ ਨੇ ਕਾਰਵਾਈ ਕਰਤੀ ਸਾਡੇ 'ਤੇ ਚਾਲੂ।
ਫਿਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਤੇ ਉਹਨਾਂ ਕੋਲ ਮਾੜੀ ਮੋਟੀ ਫੋਟੋ ਹੈਗੀਆਂ, ਕੋਈ ਜੋ ਵੀ ਰਿਕਾਰਡਿੰਗ ਹੈਗੀ ਹੈ, ਅਸੀਂ ਸਮਝਦੇ ਹਾਂ ਵੀ ਸਾਡੀ ਕੁੜੀ ਤੋਂ ਗਲਤੀ ਮਾੜੀ ਮੋਟੀ ਹੋਈ ਹੈ, ਪਰ ਇਹ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ। ਅਸੀਂ ਮੰਨਦੇ ਹਾਂ ਵੀ ਅੱਜ ਕੱਲ੍ਹ ਜਵਾਕਾਂ ਦੀ ਗਲਤੀ ਹੋ ਜਾਂਦੀ ਹੈ, ਬਹੁਤ ਕਾਰਵਾਈ ਗਲਤ ਕੀਤੀ ਹੈ। ਸਾਨੂੰ ਕਹਿ ਦਿੰਦੇ ਵੀ ਤੁਸੀਂ ਆਪ ਸਮਝਾਓ, ਅਸੀਂ ਸਮਝਾਉਂਦੇ, ਉਹਨਾਂ ਨੇ ਬਹੁਤ ਕਾਰਵਾਈ ਗਲਤ ਕੀਤੀ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲੇ ਜੀ। ਸਰ ਇਹ ਕਾਰਵਾਈ ਸਰ ਇਹ ਪਹਿਲਾਂ ਇਹਦੇ ਨਾਲ ਉਹਦੇ ਇਲੈਕਸ਼ਨ ਸੀਗੇ ਤੇ ਉਸ ਤੋਂ ਬਾਅਦ ਇਹਨੂੰ ਕਿ ਬਤੇਰਾ ਸਮਝਾਇਆ, ਉਹਨੂੰ ਮੁੰਡੇ ਨੂੰ ਵੀ ਸਮਝਾਇਆ, ਇਹਨੂੰ ਵੀ ਇਸ ਕੰਮ ਤੋਂ ਬਾਜ ਆ ਜਾਓ, ਤੇ ਉਹਨਾਂ ਵਿੱਚੋਂ ਇੱਕ ਉਹ ਨਹਿਰ 'ਤੇ ਧੱਕਾ ਮਾਰਤਾ। ਉਦੋਂ ਵੀ ਉਹਦੇ 'ਤੇ ਪਰਚਾ ਹੋਇਆ ਸੀ ਜੀ। ਉਦੋਂ ਵੀ ਉਹਨਾਂ ਮਿੰਨ ਤਰਲਾ ਕਰਦੇ ਸਰਪੰਚ ਕੋਲ ਥਾਣੇ ਗਏ ਸੀ, ਉਹਨਾਂ ਕਿਹਾ ਵੀ ਚਲੋ ਅਸੀਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਦੇ, ਉਹਨਾਂ ਲਿਖ ਕੇ ਦੇ ਦਿੱਤਾ ਸੀ। ਤੇ ਉਸ ਤੋਂ ਬਾਅਦ ਫਿਰ ਵੀ ਉਹ ਇਸ ਕਰਨ ਤੋਂ ਬਾਅਦ ਵੀ ਇਵੇਂ ਉਹ ਨਹੀਂ ਮੁੰਡਾ ਟਿਕਿਆ। ਕਦੇ ਸਾਡੇ ਘਰਾਂ ਕੋਲ ਕਦੇ ਰਾਤੀ ਵੀ ਆ ਜਾਂਦਾ ਸੀ, ਕਦੇ ਉਹ ਸੜਕ 'ਤੇ ਮੋਟਰਸਾਈਕਲ 'ਤੇ ਰੇਸਾਂ ਦਿੰਦਾ ਸੀ, ਕਦੇ ਕਿਵੇਂ ਲੱਛਣ ਕਰਦਾ ਸੀ। ਤੇ ਜਿਹੜਾ ਉਹਦਾ ਭਰਾ ਸੀ ਲਖਵੀਰ, ਉਹ ਵੀ ਸਾਡੇ ਘਰੇ, ਉਹਦੀ ਪਤਨੀ ਵੀ, ਤੇ ਜਿਹੜਾ ਪੂਰਨ ਸਿੰਘ ਉਹਦੀ ਪਤਨੀ ਵੀ ਆਈ ਸੀ ਸਾਡੇ ਘਰੇ। ਦੱਬਾ ਦੁੱਬਾ ਮਾਰਦੇ ਸੀ, ਐ ਅਸੀਂ ਉਹ ਕਰ ਦਾਂਗੇ ਆਹ ਕਰ ਦਾਂਗੇ, ਤੇ ਮੁੜ ਕੇ ਨੂੰ ਬਤੇਰਾ ਸਮਝਾਇਆ, ਨਹੀਂ ਸਮਝੇ ਜੀ। ਤੇਲ ਪਾਤਾ ਸੀ ਤੇ ਉਸ ਤੋਂ ਬਾਅਦ ਵੀ ਟਾਈਮ ਪੈ ਗਿਆ। ਉਸ ਤੋਂ ਬਾਅਦ ਫਿਰ ਉਹ ਦਿਨ ਮੈਂ ਘਰੇ ਹੈ ਨਹੀਂ ਸੀ, ਤੇ ਇਹ ਘਰੇ ਸੀਗੇ, ਬੱਚਿਆਂ ਨੂੰ ਮਿਲਾਉਣ ਆਏ ਸੀ ਚਾਚੇ ਘਰੇ, ਤੇ ਉਹ ਦੋਵੇਂ ਭਰਾ ਪਹਿਲਾਂ ਸੜਕ 'ਤੇ ਖੜੇ ਸੀ। ਉਹਨਾਂ ਦੇਖਿਆ ਵੀ ਆ ਗਈ, ਤੇ ਉਹਨਾਂ ਪੂਰਨ ਨੇ ਤੇਲ ਸੱਟਿਆ ਤੇ ਲਖਵੀਰ ਨੇ ਅੱਗ ਲਾਈ ਹੈ ਜੀ। ਤੇ ਕੀ ਹੁਣ ਕਾਰਵਾਈ ਹੋ ਰਹੀ ਕਿ ਨਹੀਂ ਕਰ ਰਹੀ ਪੁਲਿਸ? ਹੁਣ ਸਰ ਕਾਰਵਾਈ ਹੋ ਨਹੀਂ ਰਹੀ ਜੀ। ਅੱਜ 20 ਦਿਨ ਹੋ ਗਏ, ਸਾਨੂੰ ਤਾਂ ਕੋਈ ਸੁਰ ਪਤਾ ਨਹੀਂ ਲੱਗਿਆ ਕੀ ਕਰਦੇ ਕੀ ਨਹੀਂ ਕਰਦੇ ਜੀ। ਇਹ ਹੈ ਕਿ ਜੀ ਮਾਮਲਾ ਪਿੰਡ ਓਜਾਵਾਲੀ ਦੇ ਵਿੱਚ ਇੱਕ ਲੜਕੇ ਔਰਤ ਦੇ ਉੱਤੇ ਜਿਹੜਾ ਹੈਗਾ ਤੇਲ ਪਾ ਕੇ ਜਿਹੜਾ ਉਹਨੂੰ ਸਾੜ ਦਿੱਤਾ ਗਿਆ ਸੀਗਾ, ਤੇ ਕੀ ਪੁਲਿਸ ਵੱਲੋਂ ਕਿਸ ਤਰ੍ਹਾਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਮਾਮਲੇ 'ਚ? ਇਹ ਜੀ ਸੁਖਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਓਜਾਵਾਲੀ ਨੇ ਬਿਆਨ ਦੇ ਕੇ ਮੁਕੱਦਮਾ ਦਰਜ ਕਰਾਇਆ ਜੀ। ਮੁਕੱਦਮਾ ਨੰਬਰ ਹੈਗਾ 345 22/9/2020 ਨੂੰ ਅੰਡਰ ਸੈਕਸ਼ਨ 307 506 34 IPC। ਦੋ ਬੰਦਿਆਂ ਦੇ ਖਿਲਾਫ ਲਖਵੀਰ ਸਿੰਘ, ਪੂਰਨ ਸਿੰਘ ਸਨ ਆਫ ਅਮਰ ਸਿੰਘ ਵਾਸੀਆਂ ਓਜਾਵਾਲੀ ਇਹ ਮੁਕੱਦਮਾ ਦਰਜ ਕਰ ਲਿਆ ਜੀ। ਛਾਪੇਮਾਰੀ ਕੀਤੀ ਜਾ ਰਹੀ ਹੈ, ਤਫਤੀਸ਼ ਸਾਡੀ ਜਾਰੀ ਹੈ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसनूं इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दस्या। मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल जेडे गंजपन पैना शुरू हो गया सी, वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना कितनी असीं अपने बालों करके शर्म फील करते हैं कि सोसाइटी बैठे हैं कि कोई मजाक ना कर रहा है, पर थैंक्स टू फ्री रिलीफ जिन्हें मेरा एक कॉन्फिडेंस बिल्ड किया, जिहदे लगान नाल मैं मार्केट 'ਚ ਹੁਣ बड़ा ही कॉन्फिडेंट हाँ। और ਇਹਦੇ ਨਾਲ ਮੈਨੂੰ बड़ा फायदा होया। तो ਮੈਨੂੰ सर्वाइकल की भी दिक्कत सी, तो ਉਹਦੇ ਨਾਲ भी ਮੈਨੂੰ बड़ा रिलीफ मिलिया। ये यूज़ करो, तो मैं प्रैक्टिकल यूज़ कर रहा।